Good morning, students. In this lecture, we discuss India's balance of payment. Unfavorable balance of payment, India the serious problem. Before an extensive study of this problem is undertaken, it will be better to know the meaning of balance of payment. Balance of payment refers to the recording of all economic transaction of a given country with the rest of the world. Balance of payment ਕੀ ਹੁੰਦਾ ਹੈ ਕਿ ਇੱਕ ਕੰਟਰੀ ਦਾ ਦੂਸਰੀ ਰੈਸਟ ਆਫ ਦੀ ਵਰਲਡ ਦੇ ਨਾਲ ਜਿਹੜਾ ਟ੍ਰਾਂਜੈਕਸ਼ਨ ਹੁੰਦਾ ਇਕਨੋਮਿਕ ਟ੍ਰਾਂਜੈਕਸ਼ਨ ਉਸ ਦੇ ਰਿਕਾਰਡ ਨੂੰ ਕੀ ਕਿਹਾ ਜਾਂਦਾ ਬੈਲੈਂਸ ਆਫ ਪੇਮੈਂਟ ਕਿਹਾ ਜਾਂਦਾ ਹੈ। ਹਰ ਇੱਕ ਕੰਟਰੀ ਵਰਲਡ ਦੀ ਦੂਸਰੀ ਕੰਟਰੀਜ਼ ਦੇ ਨਾਲ ਇਕਨੋਮਿਕ ਟਰੇਡ ਕਰਦੀਆਂ ਠੀਕ ਆ ਫੋਰਨ ਟਰੇਡ ਕਰਦੀਆਂ ਐਜ਼ ਏ ਰਿਜ਼ਲਟ ਆਫ ਸੱਚ ਟ੍ਰਾਂਜੈਕਸ਼ਨ ਇਟ ਰਿਸੀਵ ਪੇਮੈਂਟਸ ਫਰੋਮ ਐਂਡ ਮੇਕ ਪੇਮੈਂਟ ਟੂ ਅਦਰ ਕੰਟਰੀਜ਼ ਕਿ ਇੱਕ ਦੂਸਰੇ ਦੇ ਨਾਲ ਕੰਟਰੀਜ਼ ਇਕਨੋਮਿਕ ਟ੍ਰਾਂਜੈਕਸ਼ਨ ਕਰਦੀਆਂ ਉਹਨਾਂ ਟ੍ਰਾਂਜੈਕਸ਼ਨਸ ਦੇ ਕਾਰਨ ਕੰਟਰੀਜ਼ ਪੇਮੈਂਟ ਵੀ ਰਿਸੀਵ ਕਰਦੀ ਆ ਅਤੇ ਦੂਸਰੀ ਕੰਟਰੀ ਨੂੰ ਪੇਮੈਂਟ ਪੇ ਵੀ ਕਰਦੀ ਆ। ਐਂਡ ਬੈਲੈਂਸ ਆਫ ਪੇਮੈਂਟ ਇਹਨਾਂ ਰਿਸੀਪਟਸ ਅਤੇ ਪੇਮੈਂਟ ਦਾ ਇੱਕ ਸਟੇਟਮੈਂਟ ਆਫ ਅਕਾਊਂਟ ਹੁੰਦਾ ਆ। ਨੋਰਮਲੀ ਇੱਕ ਕੰਟਰੀ ਦੂਸਰੀ ਕੰਟਰੀਜ਼ ਦੇ ਨਾਲ ਰਿਸਪੈਕਟ ਆਫ 3 ਆਈਟਮਸ ਦੇ ਥਰੂ ਉਹ ਡੀਲ ਕਰਦੀ ਆ। ਵਿਜ਼ੀਬਲ ਆਈਟਮਸ these includes all types of physical goods ਦੇ ਐਕਸਪੋਰਟ ਐਂਡ ਇੰਪੋਰਟਡ ਨੂੰ ਇਨਕਲੂਡ ਕੀਤਾ ਜਾਂਦਾ ਹੈ। ਇਨਵਿਜ਼ੀਬਲ ਆਈਟਮਸ all type of export import of services workers remittance and third is capital transfer concerned with capital receipts and payment like investment by foreigners in India। ਇਸ ਤਰ੍ਹਾਂ ਇਹਨਾਂ ਟ੍ਰਾਂਜੈਕਸ਼ਨ ਦੇ ਥਰੂ ਇੱਕ ਕੰਟਰੀ ਇਹ ਦੇਖਦੀ ਆ ਕਿ ਉਸ ਨੂੰ ਕਿੰਨਾ ਪੇਮੈਂਟ ਰਿਸੀਵ ਹੋ ਰਹੀ ਆ ਐਂਡ ਉਸਨੇ ਦੂਸਰੀ ਕੰਟਰੀ ਨੂੰ ਕਿੰਨੀ ਪੇਮੈਂਟ ਕਰਨੀ ਆ ਅਤੇ ਦੈਨ ਉਸਦਾ ਓਵਰਆਲ ਬੈਲੈਂਸ ਦੀ ਪੋਜੀਸ਼ਨ ਕੀ ਬਚਦੀ ਆ। ਸੱਚ ਏ ਬੈਲੈਂਸ ਮੇ ਅਜ਼ਿਊਮ ਐਨੀ ਵਨ ਆਫ 3 ਪੋਜੀਸ਼ਨਸ ਬੈਲੈਂਸਡ ਨੈਗੇਟਿਵ ਦੈਟ ਇਜ਼ ਅਨਫੇਵਰੇਬਲ ਐਂਡ ਪੋਜ਼ੀਟਿਵ ਜਿਸ ਨੂੰ ਫੇਵਰੇਬਲ ਬੈਲੈਂਸ ਆਫ ਪੇਮੈਂਟ ਵੀ ਕਿਹਾ ਜਾਂਦਾ ਹੈ। ਜਦੋਂ ਸਿਰਫ ਫਿਜ਼ੀਕਲ ਗੁੱਡਸ ਔਰ ਵਿਜ਼ੀਬਲ ਆਈਟਮਸ ਦੇ ਇੰਪੋਰਟਸ ਅਤੇ ਐਕਸਪੋਰਟਸ ਦੇ ਵੈਲਿਊ ਦੇ ਡਿਫਰੈਂਸ ਨੂੰ ਅਕਾਊਂਟ ਕੀਤਾ ਜਾਂਦਾ ਹੈ ਉਸਨੂੰ ਬੈਲੈਂਸ ਆਫ ਟਰੇਡ ਕਿਹਾ ਜਾਂਦਾ ਆ। ਐਂਡ ਜਦੋਂ ਫਿਜ਼ੀਕਲ ਆਲ 3 ਆਈਟਮ ਫਿਜ਼ੀਕਲ ਇਨਵਿਜ਼ੀਬਲ ਐਂਡ ਕੈਪੀਟਲ ਟਰਾਂਸਫਰ ਨੂੰ ਇਹਨਾਂ 3 ਆਈਟਮਸ ਨੂੰ ਇਨਕਲੂਡਡ ਕੀਤਾ ਜਾਂਦਾ ਆ ਉਹਨਾਂ ਨੂੰ ਕਾਊਂਟ ਕੀਤਾ ਜਾਂਦਾ ਉਹਨਾਂ ਨੂੰ ਸਟੱਡੀ ਕੀਤਾ ਜਾਂਦਾ ਉਸਨੂੰ ਕਿਹਾ ਜਾਂਦਾ ਬੈਲੈਂਸ ਆਫ ਪੇਮੈਂਟ। ਬੈਲੈਂਸ ਆਫ ਪੇਮੈਂਟ ਕਿਸੇ ਕੰਟਰੀ ਦੀ ਆਲ ਇਕਨੋਮਿਕ ਟ੍ਰਾਂਜੈਕਸ਼ਨ ਦਾ ਓਵਰਆਲ ਰਿਕਾਰਡ ਹੁੰਦਾ ਆ ਇਨ ਅ ਗਿਵਨ ਪੀਰੀਅਡ ਆਫ ਟਾਈਮ ਵਿਦ ਰੈਸਟ ਆਫ ਦਾ ਵਰਲਡ। ਨੈਕਸਟ ਇਜ਼ ਫੀਚਰਸ ਆਫ ਬੈਲੈਂਸ ਆਫ ਪੇਮੈਂਟ। ਫਸਟ ਇਜ਼ ਸਿਸਟੇਮੈਟਿਕ ਰਿਕਾਰਡ। ਬੈਲੈਂਸ ਆਫ ਪੇਮੈਂਟ ਇੱਕ ਸਿਸਟੇਮੈਟਿਕ ਰਿਕਾਰਡ ਰੱਖਦਾ ਹੈ ਕਿੰਨਾ ਰਿਸੀਪਟਸ ਹੋਇਆ ਕਿੰਨਾ ਪੇਮੈਂਟਸ ਕਰਨਾ ਹੈ ਅਦਰ ਕੰਟਰੀਜ਼ ਨੂੰ। ਫਿਕਸਡ ਪੀਰੀਅਡ ਆਫ ਟਾਈਮ ਇਟ ਇਜ਼ ਅ ਸਟੇਟਮੈਂਟ ਆਫ ਅਕਾਊਂਟਿੰਗ pertaining to a given period of time usually 1 year ਕਿ ਜਿਹੜਾ ਬੈਲੈਂਸ ਆਫ ਪੇਮੈਂਟ ਬਣਾਏ ਜਾਂਦੇ ਯੂਜ਼ਲੀ 1 ਈਅਰ ਲਈ ਬਣਾਇਆ ਜਾਂਦਾ ਕਿ ਇੱਕ ਸਾਲ ਦੇ ਵਿੱਚ ਕਿੰਨੀ ਰਿਸੀਪਟਸ ਆਈ ਹੈ ਇੱਕ ਸਾਲ ਦੇ ਵਿੱਚ ਕਿੰਨੀ ਪੇਮੈਂਟਸ ਕੀਤੀ ਗਈ ਦੂਸਰੀ ਕੰਟਰੀਜ਼ ਨੂੰ। ਥਰਡ ਇਜ਼ ਕੰਪਰੀਹੈਂਸਿਵ। ਇਸ ਦੇ ਵਿੱਚ ਤਾਂ ਸਾਰੀਆਂ ਆਈਟਮਸ ਇਨਕਲੂਡਸ ਕੀਤਾ ਜਾਂਦੀਆਂ ਲਾਈਕ ਵਿਜ਼ੀਬਲ ਇਨਵਿਜ਼ੀਬਲ ਐਂਡ ਕੈਪੀਟਲ ਟਰਾਂਸਫਰਸ ਨੂੰ। ਨੈਕਸਟ ਇਜ਼ ਡਬਲ ਐਂਟਰੀ ਸਿਸਟਮ। ਰਿਸੀਪਟਸ ਅਤੇ ਪੇਮੈਂਟ ਨੂੰ ਰਿਕਾਰਡ ਕੀਤਾ ਜਾਂਦਾ ਔਨ ਦਾ ਬੇਸਿਸ ਆਫ ਡਬਲ ਐਂਟਰੀ ਸਿਸਟਮ। ਨੈਕਸਟ ਇਜ਼ ਐਡਜਸਟਮੈਂਟ ਆਫ ਡਿਫਰੈਂਸਿਸ। whenever there is a difference in actual total receipts and payment need for necessary adjustment itself in case of unfavorable balance of payment government ਕੀ ਕਰਦੀ ਆ ਫੋਰਨ ਲੋਨਸ ਲੈਂਦੀ ਆ ਜਾਂ ਫਿਰ ਫੋਰਨ ਇਨਵੈਸਟਮੈਂਟ ਨੂੰ ਪ੍ਰਮੋਟ ਕਰਦੀ ਆ ਤਾਂ ਜੋ ਜਿਹੜਾ ਬੈਲੈਂਸ ਆਫ ਪੇਮੈਂਟ 'ਚ ਜਿਹੜਾ ਡਿਫਰੈਂਸ ਆ ਉਸਨੂੰ ਪੂਰਾ ਕੀਤਾ ਜਾ ਸਕੇ। ਨੈਕਸਟ ਇਜ਼ ਆਲ ਆਈਟਮਸ ਗਵਰਨਮੈਂਟਸ ਐਂਡ ਨੋਨ ਗਵਰਨਮੈਂਟਸ। balance of payments includes receipts and payment of all items government and non-governments। Next is structures forms of balance of payment। Balance of payment has 3 forms. First is current account, second is capital account and third is overall balance of payment। First point is current account। ਕਰੰਟ ਅਕਾਊਂਟ ਦੇ ਵਿੱਚ ਬੋਥ ਵਿਜ਼ੀਬਲ ਐਂਡ ਇਨਵਿਜ਼ੀਬਲ ਆਈਟਮ ਦੇ ਐਕਸਪੋਰਟਸ ਅਤੇ ਇੰਪੋਰਟਸ ਨੂੰ ਇਨਕਲੂਡ ਕੀਤਾ ਜਾਂਦਾ ਆ। ਕਰੰਟ ਅਕਾਊਂਟ ਟ੍ਰਾਂਜੈਕਸ਼ਨਸ ਨੂੰ ਟ੍ਰਾਂਜੈਕਸ਼ਨ ਆਫ ਇੰਪੋਰਟ ਐਂਡ ਐਕਸਪੋਰਟ ਆਫ ਗੁੱਡਸ ਐਂਡ ਸਰਵਿਸਿਜ਼ ਵੀ ਕਿਹਾ ਜਾਂਦਾ ਹੈ। ਥੀਜ਼ ਆਈਟਮਸ ਹੈਵ ਏ ਡਾਇਰੈਕਟ ਅਫੈਕਟ ਔਨ ਦਾ ਇਨਕਮ ਆਊਟਪੁੱਟ ਐਂਡ ਐਮਪਲੋਇਮੈਂਟ ਆਫ ਏ ਕੰਟਰੀਜ਼ ਇਕੋਨਮੀ। ਬੈਲੈਂਸ ਆਫ ਪੇਮੈਂਟ ਔਨ ਕਰੰਟ ਅਕਾਊਂਟ ਨੂੰ ਓਵਰਆਲ ਟਰੇਡ ਬੈਲੈਂਸ ਵੀ ਕਿਹਾ ਜਾਂਦਾ ਆ।
ਐਂਡ ਬੈਲੈਂਸ ਆਫ ਪੇਮੈਂਟ ਔਨ ਕਰੰਟ ਅਕਾਊਂਟ ਬੋਥ ਬੈਲੈਂਸਡ ਵੀ ਹੋ ਸਕਦਾ ਆ ਅਤੇ ਅਨਬੈਲੈਂਸਡ ਵੀ ਹੋ ਸਕਦਾ ਆ। ਇਨ ਕੇਸ ਆਫ ਬੈਲੈਂਸਡ ਪੋਜੀਸ਼ਨ ਆਫ ਬੈਲੈਂਸ ਆਫ ਪੇਮੈਂਟ receipts and payments on account of export and imports are equal, but in case of ਜਦੋਂ ਇਹ unbalance ਹੁੰਦਾ ਆ then ਜਦੋਂ ਇਹ ਅਨਬੈਲੈਂਸਡ ਹੁੰਦਾ ਆ ਉਸ ਟਾਈਮ ਜਾਂ ਤਾਂ ਡੈਫੀਸਿਟ ਹੋ ਸਕਦਾ ਜਾਂ ਫਿਰ ਇਨ ਸਰਪਲਸ ਦੇ ਵਿੱਚ। ਐਂਡ ਬੈਲੈਂਸ ਆਫ ਪੇਮੈਂਟ ਦੇ ਜਿਹੜੇ ਡਿਸਇਕਲਿਬਰੀਅਮ ਨੂੰ ਕਰੰਟ ਅਕਾਊਂਟ ਦੇ ਜਿਹੜੇ ਟ੍ਰਾਂਜੈਕਸ਼ਨ ਦੇ ਥਰੂ ਜਾਂ ਕਰੰਟ ਅਕਾਊਂਟ ਦੇ ਵਿੱਚ ਜਿਹੜੀ ਅਨਬੈਲੈਂਸਡ ਹੁੰਦੇ ਆ ਉਸਨੂੰ ਕੈਪੀਟਲ ਅਕਾਊਂਟ ਦੀ ਟ੍ਰਾਂਜੈਕਸ਼ਨ ਦੇ ਥਰੂ ਬੈਲੈਂਸ ਕੀਤਾ ਜਾ ਸਕਦਾ ਹੈ। ਨੈਕਸਟ ਇਜ਼ ਕੈਪੀਟਲ ਅਕਾਊਂਟ। ਕੈਪੀਟਲ ਅਕਾਊਂਟ ਨੂੰ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਵੀ ਕਿਹਾ ਜਾਂਦਾ ਹੈ। ਇਟ ਮੇਨਲੀ ਇਨਕਲੂਡਸ ਫੋਰਨ ਇਨਵੈਸਟਮੈਂਟ, ਐਕਸਟਰਨਲ ਲੋਨਸ। ਕੈਪੀਟਲ ਅਕਾਊਂਟ ਦੇ ਵਿੱਚ ਸਾਰੇ ਸ਼ਾਰਟ ਟਰਮ, ਲੌਂਗ ਟਰਮ, ਇੰਟਰਨੈਸ਼ਨਲ ਕੈਪੀਟਲ ਟਰਾਂਸਫਰਸ ਐਂਡ ਫੋਰਨ ਡੈਪਟਸ ਹੋ ਗਏ, ਫੋਰਨ ਇਨਵੈਸਟਮੈਂਟਸ, ਪੇਮੈਂਟਸ, ਰਿਸੀਪਟਸ ਔਨ ਅਕਾਊਂਟ ਆਫ ਇੰਟਰਸਟ ਐਂਡ ਗ੍ਰਾਂਟਸ, ਇਹਨਾਂ ਸਾਰਿਆਂ ਨੂੰ ਕੈਪੀਟਲ ਅਕਾਊਂਟ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਆ। All transaction under capital account are concerned with financial transfer between our country and other foreign country. That means capital account ਦੇ ਵਿੱਚ ਸਾਡੀ ਕੰਟਰੀ ਤੇ ਦੂਸਰੀ ਕੰਟਰੀ ਦੇ ਵਿੱਚ ਮੇਨਲੀ ਜਿਹੜੇ ਫਾਈਨੈਂਸ਼ੀਅਲ ਟ੍ਰਾਂਸਫਰ ਹੁੰਦੇ ਆ ਉਸਨੂੰ ਕੈਪੀਟਲ ਅਕਾਊਂਟ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਆ। ਨੈਕਸਟ ਇਜ਼ ਓਵਰਆਲ ਬੈਲੈਂਸ ਆਫ ਪੇਮੈਂਟ। Total of country's balance of payment on current account plus capital account is known as overall balance of payment. In narrow sense, balance of payment means balance of payment on current account. Favorable or unfavorable balance of payment refers to favorable or unfavorable balance of payment on current account. If balance of payment on current account favorable ਆ then ਇਸਨੂੰ ਕਿਹਾ ਜਾਂਦਾ ਹੈ overall trade surplus. If it is unfavorable then it is called overall trade deficit. ਅਨਫੇਵਰੇਬਲ ਬੈਲੈਂਸ ਆਫ ਪੇਮੈਂਟ ਦਾ ਮਤਲਬ ਹੁੰਦਾ ਹੈ ਕਿ ਜਦੋਂ ਵੈਲਿਊ ਆਫ ਇੰਪੋਰਟ, ਟੋਟਲ ਵੈਲਿਊ ਆਫ ਇੰਪੋਰਟਸ ਆਫ ਵਿਜ਼ੀਬਲਸ ਐਂਡ ਇਨਵਿਜ਼ੀਬਲ ਆਈਟਮਸ ਗ੍ਰੇਟਰ ਦੈਨ ਹੋ ਜਾਂਦੀ ਆ ਟੋਟਲ ਵੈਲਿਊ ਆਫ ਐਕਸਪੋਰਟਸ ਆਫ ਵਿਜ਼ੀਬਲ ਐਜ਼ ਵੈਲ ਐਜ਼ ਇਨਵਿਜ਼ੀਬਲ ਆਈਟਮਸ ਦੇ ਨਾਲੋਂ। ਇਨ ਸ਼ੋਰਟ ਕਿ ਜਦੋਂ ਵਿਜ਼ੀਬਲ ਅਤੇ ਇਨਵਿਜ਼ੀਬਲ ਆਈਟਮ ਦੀ ਇੰਪੋਰਟ ਵੈਲਿਊ ਉਸਦੀ ਐਕਸਪੋਰਟ ਵੈਲਿਊ ਦੇ ਨਾਲੋਂ ਜ਼ਿਆਦਾ ਹੋ ਜਾਂਦੀ ਆ ਉਸਨੂੰ ਕਿਹਾ ਜਾਂਦਾ ਆ ਅਨਫੇਵਰੇਬਲ ਬੈਲੈਂਸ ਆਫ ਪੇਮੈਂਟ। ਐਂਡ ਫੇਵਰੇਬਲ ਬੈਲੈਂਸ ਆਫ ਪੇਮੈਂਟਸ ਮੀਨਸ ਦੈਟ ਕਿ ਇੰਡੀਆ ਦਾ ਜਿਹੜਾ ਫੋਰਨ ਟਰੇਡ ਆ ਉਹ ਪ੍ਰੋਫਿਟੇਬਲ ਆ, ਦੈਟ ਇਜ਼ ਉਸਦੇ ਵਿਜ਼ੀਬਲ ਅਤੇ ਇਨਵਿਜ਼ੀਬਲ ਐਕਸਪੋਰਟ ਜਿਹੜੇ ਆ ਉਹ ਗ੍ਰੇਟਰ ਦੈਨ ਆ ਇੰਪੋਰਟਸ ਨਾਲੋਂ। In broader sense, balance of payment refers to balance of payment on current account at capital account. Balance of payment is equal to export of goods plus export of services plus capital receipts is greater than import of goods, import of services plus capital payments. Next is difference between balance of trade and balance of payment. ਬੈਲੈਂਸ ਆਫ ਪੇਮੈਂਟ ਇੱਕ ਬਰੋਡ ਟਰਮ ਆ, ਬੈਲੈਂਸ ਆਫ ਟਰੇਡ ਨੂੰ ਇਸ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਆ। ਐਂਡ ਜਿਹੜਾ ਬੈਲੈਂਸ ਆਫ ਟਰੇਡ ਹੈ ਇੱਕ ਨੈਰੋ ਕੰਸੈਪਟ ਹੈ, ਇਟ ਇਜ਼ ਅ ਪਾਰਟ ਆਫ ਬੈਲੈਂਸ ਆਫ ਪੇਮੈਂਟ। ਸੈਕਿੰਡ, ਬੈਲੈਂਸ ਆਫ ਟਰੇਡ ਦੇ ਵਿੱਚ ਸਿਰਫ ਗੁੱਡਸ ਲਾਈਕ ਵਿਜ਼ੀਬਲ ਆਈਟਮਸ ਅਤੇ ਇੰਪੋਰਟਸ ਅਤੇ ਐਕਸਪੋਰਟਸ ਨੂੰ ਇਨਕਲੂਡ ਕੀਤਾ ਜਾਂਦਾ ਹੈ। ਔਨ ਦਾ ਅਦਰ ਹੈਂਡ ਬੈਲੈਂਸ ਆਫ ਪੇਮੈਂਟ ਦੇ ਵਿੱਚ ਆਲ ਕਾਈਂਡਸ ਆਫ ਆਈਟਮ ਲਾਈਕ ਗੁੱਡਸ, ਸਰਵਿਸਿਜ਼, ਕੈਪੀਟਲ ਅਕਾਊਂਟ ਟ੍ਰਾਂਜੈਕਸ਼ਨ ਇਹਨਾਂ ਸਾਰਿਆਂ ਦੇ ਇੰਪੋਰਟ ਅਤੇ ਐਕਸਪੋਰਟਸ ਨੂੰ ਇਨਕਲੂਡ ਕੀਤਾ ਜਾਂਦਾ ਹੈ। ਥਰਡ, ਇਫ ਬੈਲੈਂਸ ਆਫ ਟਰੇਡ ਅਗਰ ਅਨਫੇਵਰੇਬਲ ਹੁੰਦਾ ਆ ਤਾਂ ਉਸਦੇ ਡੈਫੀਸਿਟ ਨੂੰ ਬੈਲੈਂਸ ਆਫ ਪੇਮੈਂਟ ਦੇ ਥਰੂ ਪੂਰਾ ਕੀਤਾ ਜਾ ਸਕਦਾ ਹੈ। ਬਟ ਜਿਹੜਾ ਡੈਫੀਸਿਟ ਆਫ ਬੈਲੈਂਸ ਆਫ ਪੇਮੈਂਟ ਆ ਉਸਨੂੰ ਬੈਲੈਂਸ ਆਫ ਟਰੇਡ ਦੇ ਥਰੂ ਪੂਰਾ ਨਹੀਂ ਕੀਤਾ ਜਾ ਸਕਦਾ। ਈਵਨ ਇਫ ਅਗਰ ਬੈਲੈਂਸ ਆਫ ਟਰੇਡ ਅਨਫੇਵਰੇਬਲ ਹੁੰਦਾ ਆ ਦੈਨ ਬੈਲੈਂਸ ਆਫ ਪੇਮੈਂਟ ਕੈਨ ਬੀ ਫੇਵਰੇਬਲ ਹੋ ਸਕਦਾ ਆ। ਐਂਡ ਈਵਨ ਇਫ ਬੈਲੈਂਸ ਆਫ ਟਰੇਡ ਇਜ਼ ਫੇਵਰੇਬਲ ਦੈਨ ਉਸ ਕੇਸ ਵਿੱਚ ਬੈਲੈਂਸ ਆਫ ਪੇਮੈਂਟ ਅਨਫੇਵਰੇਬਲ ਵੀ ਹੋ ਸਕਦਾ ਹੈ। ਫਰੋਮ ਦਾ ਪੁਆਇੰਟ ਆਫ ਵਿਊ ਆਫ ਇਕਨੋਮਿਕ ਐਨਾਲਾਈਜ਼ਸ ਜਿਹੜਾ ਬੈਲੈਂਸ ਆਫ ਪੇਮੈਂਟ ਆ ਉਹ ਮੋਰ ਸਿਗਨੀਫਿਕੈਂਟ ਆ ਐਜ਼ ਕੰਪੇਅਰ ਟੂ ਬੈਲੈਂਸ ਆਫ ਟਰੇਡ। ਹਰ ਇੱਕ ਕੰਟਰੀ ਆਪਣੀ ਜਦੋਂ ਫੋਰਨ ਟਰੇਡ ਦੇ ਨਾਲ ਰਿਲੇਟਡ ਪੋਲਿਸੀਜ਼ ਨੂੰ ਫਾਰਮੂਲੇਟ ਕਰਦੀ ਆ ਉਹ ਬੈਲੈਂਸ ਆਫ ਪੇਮੈਂਟ ਨੂੰ ਧਿਆਨ ਵਿੱਚ ਰੱਖ ਕੇ ਹੀ ਬਣਾਉਂਦੀ ਆ। ਬਿਕੋਜ਼ ਜਿਹੜਾ ਬੈਲੈਂਸ ਆਫ ਪੇਮੈਂਟ ਆ ਉਸਦਾ ਕੰਟਰੀ ਦੀ ਨੈਸ਼ਨਲ ਇਨਕਮ ਐਂਡ ਐਮਪਲੋਇਮੈਂਟ ਦੇ ਉੱਪਰ ਬਹੁਤ ਹੀ ਸਿਗਨੀਫਿਕੈਂਟਲੀ ਇਫੈਕਟ ਪੈਂਦਾ ਹੈ।
In short, the main difference between balance of payment and balance of trade is that the latter is a partial record of a country's international trade, while the former is it complete record. And balance of trade is a part of balance of payment. Next is disequilibrium in balance of payment. ਬੈਲੈਂਸ ਆਫ ਪੇਮੈਂਟ ਦੇ ਵਿੱਚ ਡਿਸਇਕੁਲਿਬਰੀਅਮ ਦੇ ਬਹੁਤ ਸਾਰੇ ਰੀਜ਼ਨ ਹੈ, ਬਟ ਸਪੈਸ਼ਲੀ ਜਿਹੜਾ ਰੀਜ਼ਨ ਉਹ ਕੀ ਆ, ਡਿਫਰੈਂਸ ਇਨ ਦਾ ਵੈਲਿਊ ਆਫ ਐਕਸਪੋਰਟ ਐਂਡ ਇੰਪੋਰਟ। ਉਸ ਦੇ ਕਾਰਨ ਜਿਹੜਾ ਬੈਲੈਂਸ ਆਫ ਪੇਮੈਂਟ ਹੈ ਉਸ ਦੇ ਵਿੱਚ ਡਿਸਇਕੁਲਿਬਰੀਅਮ ਆਉਂਦਾ ਹੈ। ਬੈਲੈਂਸ ਆਫ ਪੇਮੈਂਟ ਦਾ ਜਿਹੜਾ ਇਹ ਡਿਸਇਕੁਲਿਬਰੀਅਮ ਆ, ਸਮ ਟਾਈਮ ਮਾਈਨਸ ਵਿੱਚ ਹੁੰਦਾ, ਡੈਫੀਸਿਟ ਵਿੱਚ ਹੁੰਦਾ ਆ, ਅਨਫੇਵਰੇਬਲ ਦੈਟ ਮੀਨਸ ਕਿ ਸਮ ਟਾਈਮ ਪਲੱਸ ਸਰਪਲਸ ਅਤੇ ਫੇਵਰੇਬਲ ਸਾਈਡ ਹੁੰਦਾ ਹੈ। ਬੈਲੈਂਸ ਆਫ ਪੇਮੈਂਟ ਅਨਫੇਵਰੇਬਲ ਉਦੋਂ ਹੁੰਦਾ ਹੈ ਜਦੋਂ ਕੰਟਰੀ ਦੀ ਪੇਮੈਂਟ ਜ਼ਿਆਦਾ ਹੁੰਦੀ ਆ ਬਟ ਉਸਦੇ ਰਸੀਪਟਸ ਘੱਟ ਹੁੰਦੇ ਆ। ਔਨ ਦਾ ਅਦਰ ਹੈਂਡ ਬੈਲੈਂਸ ਆਫ ਪੇਮੈਂਟ ਫੇਵਰੇਬਲ ਉਦੋਂ ਹੁੰਦਾ ਆ ਜਦੋਂ ਕੰਟਰੀਜ਼ ਦੀ ਪੇਮੈਂਟ ਦੈਟ ਮੀਨਸ ਡੈਬਿਟ ਘੱਟ ਹੁੰਦੀ ਆ ਬਟ ਰਸੀਪਟ ਦੈਟ ਇਜ਼ ਕ੍ਰੈਡਿਟ ਜ਼ਿਆਦਾ ਹੁੰਦੇ ਆ। ਡਿਸਇਕੁਲਿਬਰੀਅਮ ਇਨ ਬੈਲੈਂਸ ਆਫ ਪੇਮੈਂਟ ਮੇ ਬੀ ਆਫ ਟੂ ਕਾਈਂਡਸ। ਫਸਟ ਇਜ਼ ਫੇਵਰੇਬਲ ਬੈਲੈਂਸ ਆਫ ਪੇਮੈਂਟ। when receipts are more than payment then balance of payment turn favorable। ਜਦੋਂ ਕਿਸੇ ਕੰਟਰੀ ਦੇ ਰਸੀਪਟਸ ਜ਼ਿਆਦਾ ਹੁੰਦੇ ਆ ਐਂਡ ਪੇਮੈਂਟਸ ਘੱਟ ਹੁੰਦੀਆਂ ਉਸਨੂੰ ਕੀ ਕਹਿੰਦੇ ਆ, ਫੇਵਰੇਬਲ ਬੈਲੈਂਸ ਆਫ ਪੇਮੈਂਟ। ਇਸ ਸਿਚੁਏਸ਼ਨ ਦੇ ਵਿੱਚ ਕੰਟਰੀ ਦੇ ਫੋਰਨ ਐਕਸਚੇਂਜ ਰਿਜ਼ਰਵ ਇਨਕਰੀਜ਼ ਕਰਦੇ ਆ। ਇਨ ਦਿਸ ਕੇਸ ਜਿਹੜੇ ਐਕਸਪੋਰਟ ਆਫ ਗੁੱਡਸ ਸਰਵਿਸਿਜ਼ ਕੈਪੀਟਲ ਟਰਾਂਸਫਰਸ ਉਹ ਜ਼ਿਆਦਾ ਹੁੰਦੇ ਆ ਐਜ਼ ਕੰਪੇਅਰ ਟੂ ਇੰਪੋਰਟ ਆਫ ਗੁੱਡਸ ਸਰਵਿਸਿਜ਼ ਐਂਡ ਕੈਪੀਟਲ ਟਰਾਂਸਫਰਸ। ਇਟ ਇਜ਼ ਆਲਸੋ ਨੋਨ ਐਜ਼ ਸਰਪਲਸ ਬੈਲੈਂਸ ਆਫ ਪੇਮੈਂਟ। ਨੈਕਸਟ ਇਜ਼ ਅਨਫੇਵਰੇਬਲ ਬੈਲੈਂਸ ਆਫ ਪੇਮੈਂਟ। ਬੈਲੈਂਸ ਆਫ ਪੇਮੈਂਟ ਅਨਫੇਵਰੇਬਲ ਹੁੰਦਾ ਆ ਜਦੋਂ ਪੇਮੈਂਟਸ ਜ਼ਿਆਦਾ ਹੁੰਦੀ ਆ ਬਟ ਰਸੀਪਟਸ ਕੰਟਰੀ ਦੇ ਘੱਟ ਹੁੰਦੇ ਆ। ਇਸ ਸਿਚੁਏਸ਼ਨ ਦੇ ਵਿੱਚ ਜਿਹੜੇ ਕੰਟਰੀ ਦੇ ਫੋਰਨ ਐਕਸਚੇਂਜ ਰਿਜ਼ਰਵ ਆ ਉਹ ਘਟਦੇ ਜਾਂਦੇ ਆ। ਇਨ ਦਿਸ ਕੇਸ ਜਿਹੜਾ ਐਕਸਪੋਰਟ ਆਫ ਗੁੱਡਸ ਸਰਵਿਸਿਜ਼ ਕੈਪੀਟਲ ਰਸੀਪਟਸ ਆ ਉਹ ਘੱਟ ਹੁੰਦੇ ਆ ਐਜ਼ ਕੰਪੇਅਰ ਟੂ ਇੰਪੋਰਟ ਆਫ ਗੁੱਡਸ ਸਰਵਿਸਿਜ਼ ਐਂਡ ਕੈਪੀਟਲ ਪੇਮੈਂਟਸ। ਇਟ ਇਜ਼ ਆਲਸੋ ਨੋਨ ਐਜ਼ ਡੈਫੀਸਿਟ ਬੈਲੈਂਸ ਆਫ ਪੇਮੈਂਟ। ਐਂਡ ਬੈਲੈਂਸ ਆਫ ਪੇਮੈਂਟ ਇਕੁਲਿਬਰੀਅਮ ਵਿੱਚ ਕਦੋਂ ਹੁੰਦਾ ਹੈ, ਜਦੋਂ ਕੰਟਰੀ ਦੇ ਕੈਪੀਟਲ ਰਸੀਪਟਸ ਐਂਡ ਵਿਜ਼ੀਬਲ ਅਤੇ ਇਨਵਿਜ਼ੀਬਲ ਆਈਟਮਸ ਦੇ ਐਕਸਪੋਰਟ ਇਕੁਅਲ ਹੁੰਦੇ ਆ ਇਟਸ ਕੈਪੀਟਲ ਪੇਮੈਂਟ ਐਂਡ ਇੰਪੋਰਟ ਆਫ ਵਿਜ਼ੀਬਲ ਐਂਡ ਇਨਵਿਜ਼ੀਬਲ ਆਈਟਮਸ। ਦੈਨ ਜਿਹੜਾ ਬੈਲੈਂਸ ਆਫ ਪੇਮੈਂਟ ਆ ਉਹ ਇਕੁਲਿਬਰੀਅਮ ਕੰਡੀਸ਼ਨਸ ਦੇ ਵਿੱਚ ਹੁੰਦਾ ਹੈ।